ਸਾਰੇ ਭੈਣ ਭਰਾਵਾਂ ਤੇ ਬੱਚਿਆਂ ਨੂੰ ਪਿਆਰ ਸਹਿਤ ਸਤਿ ਸ੍ਰੀ ਅਕਾਲ। ਮੇਰਾ ਨਾਮ ਮਨਦੀਪ ਕੌਰ ਔਲਖ ਹੈ। ਹੁਣ ਮੈਂ ਤੁਹਾਨੂੰ ਕਰਤਾਰ ਸਿੰਘ ਔਲਖ ਦੁਆਰਾ ਲਿਖੀ ਗਈ ਕਿਤਾਬ ਰਾਈ ਦੇ ਪਹਾੜ ਦਾ ਸੱਚ ਭਾਗ ਪਹਿਲਾ ਦੀ ਅਗਲੀ ਕਿਸ਼ਤ ਸੁਣਾਉਣ ਜਾ ਰਹੀ ਹਾਂ। ਰੱਬੀ ਗਿਆਨ ਪ੍ਰਾਪਤ ਕਰਨ ਵਾਲਾ ਮਨੁੱਖ ਸਮੁੰਦਰ ਵਰਗੇ ਰੱਬੀ ਗਿਆਨ ਵਿੱਚ ਡੁਬਕੀ ਮਾਰ ਕਰ ਵੀ ਫਿਰ ਪਿਆਸੇ ਦਾ ਪਿਆਸਾ ਹੀ ਰਹਿ ਗਿਆ ਹੈ। ਉਸੀ ਮਾਇਆ ਦੇ ਜਾਲ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦਾ, ਸਗੋਂ ਇਸ ਗਿਆਨ ਦੀ ਪ੍ਰਾਪਤੀ ਕਰਕੇ ਇਸ ਗਿਆਨ ਨੂੰ ਕਥਾਵਾਂ ਜਾਂ ਕੀਰਤਨ ਰਾਹੀਂ ਬਾਕੀ ਸਿੱਖ ਸੰਗਤਾਂ ਨੂੰ ਸੁਣਾ ਕਰ ਆਪਣੇ ਆਪ ਨੂੰ ਬਹੁਤ ਵੱਡਾ ਕਥਾਵਾਚਕ ਜਾਂ ਕੀਰਤਨੀਆ ਦੱਸ ਕੇ ਆਪ ਹੰਕਾਰੀ ਹੁੰਦਾ ਜਾਂਦਾ ਹੈ। ਹੋਵੇਗਾ ਵੀ ਕਿਉਂ ਨਾ, ਮਾਇਆ ਵੀ ਹਰ ਰੋਜ਼ ਮੋਟੀ ਇਕੱਠੀ ਕਰ ਰਹੇ ਹਨ। ਰੱਬੀ ਬਾਣੀ ਦੇ ਗਿਆਨ ਨਾਲ ਤਾਂ ਮਨੁੱਖ ਨੇ ਮਾਇਆ ਦੇ ਜਾਲ ਵਿੱਚੋਂ ਬਾਹਰ ਨਿਕਲਣਾ ਸੀ, ਪਰ ਇਹ ਤਾਂ ਫਿਰ ਮਾਇਆ ਨਾਲ ਹੀ ਜੁੜਦੇ ਜਾਂਦੇ ਹਨ। ਸਿੱਖ ਜਗਤ ਦੇ 10 ਗੁਰੂਆਂ ਨੇ ਤਕਰੀਬਨ 3 ਸਦੀਆਂ ਵਿੱਚ ਰੱਬੀ ਗਿਆਨ ਇਕੱਠਾ ਕਰ ਬਾਕੀ ਮਾਇਆ ਵਿੱਚ ਭੜਕੇ ਹੋਏ ਲੋਕਾਂ ਵਾਸਤੇ ਰੱਬੀ ਗਿਆਨ ਸਾਗਰ ਦਾ ਪ੍ਰਕਾਸ਼ ਕੀਤਾ, ਜਿਸ ਗਿਆਨ ਪ੍ਰਾਪਤੀ ਕਰਕੇ ਇਸ ਸੰਸਾਰ ਤੋਂ ਮੁਕਤੀ ਪ੍ਰਾਪਤ ਹੋ ਸਕੇ। ਇਸ ਰੱਬੀ ਗਿਆਨ ਸਾਗਰ ਨੂੰ ਕੁਝ ਜਥੇਬੰਦੀਆਂ ਨੇ ਆਪਣੇ ਕਬਜ਼ੇ ਵਿੱਚ ਕਰ ਰੱਖਿਆ ਹੈ ਅਤੇ ਬਾਕੀ ਸਿੱਖ ਜਗਤ ਨੂੰ ਵਹਿਮਾਂ ਭਰਮਾਂ ਵਿੱਚ ਪਾ ਦਿੱਤਾ ਹੈ, ਜਿਸ ਨਾਲ ਬਾਕੀ ਸਿੱਖ ਜਗਤ ਨੂੰ ਮੌਕਾ ਨਹੀਂ ਮਿਲ ਸਕਿਆ ਇਸ ਰੱਬੀ ਗਿਆਨ ਦਾ, ਜਿਸ ਦੇ ਡਰ ਕਾਰਨ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜੇ ਹੋ ਕੇ ਅਰਦਾਸ ਕਰਨ ਤੋਂ ਵੀ ਪਰੇ ਰੱਖਿਆ ਗਿਆ ਹੈ। ਪਰਮਾਤਮਾ ਨੂੰ ਕਿਹੜੀ ਅਰਦਾਸ ਮਨਜ਼ੂਰ ਹੈ ਤੇ ਅਰਦਾਸ ਵਿੱਚ ਮੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਸਿੱਖ ਜਗਤ ਨੂੰ ਮੌਕਾ ਨਹੀਂ ਮਿਲ ਸਕਿਆ ਰੱਬੀ ਗਿਆਨ ਪ੍ਰਾਪਤ ਕਰਨ ਦਾ, ਜਾਂ ਫਿਰ ਅਗਿਆਨਤਾ ਦੇ ਹਨੇਰੇ ਵਿੱਚ ਇਹ ਆਪਣੇ ਵਾਸਤੇ ਆਪ ਅਰਦਾਸ ਕਰਨ ਦੇ ਗਿਆਨ ਤੋਂ ਵੀ ਅਸਮਰੱਥ ਹੀ ਰਹਿ ਗਏ। ਕਿਸੇ ਨੇ ਅਰਦਾਸ ਕਰਵਾਉਣੀ ਹੈ ਤਾਂ ਇਹਨਾਂ ਨੂੰ ਧਰਮ ਦੇ ਠੇਕੇਦਾਰਾਂ ਦੇ ਹੱਥਾਂ ਵਿੱਚ ਮਾਇਆ ਦੇ ਕਰ ਅਰਦਾਸ ਕਰਵਾਉਣੀ ਪੈਂਦੀ ਹੈ। ਇਹਨਾਂ ਧਰਮੀਆਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਪੈਸੇ ਲੈ ਕਰ ਦੂਸਰਿਆਂ ਦੀਆਂ ਅਰਦਾਸਾਂ ਕਰ ਰਹੇ ਹੋ, ਕੀ ਤੁਹਾਡੀ ਕੀਤੀ ਹੋਈ ਅਰਦਾਸ ਕਰਵਾਉਣ ਵਾਲੇ ਵਾਸਤੇ ਮੰਨੀ ਜਾਵੇਗੀ? ਜੇਕਰ ਨਹੀਂ ਮੰਨੀ ਜਾਵੇਗੀ ਤਾਂ ਉਸ ਮਨੁੱਖ ਨੂੰ ਮੂਰਖ ਬਣਾਉਣ ਦੇ ਨਾਲ ਨਾਲ ਤੁਸੀਂ ਖੁਦ ਵੀ ਬਹੁਤ ਵੱਡੇ ਮੂਰਖ ਬਣ ਰਹੇ ਹੋ। ਨਾਲੇ ਪਰਮਾਤਮਾ ਨੂੰ ਖਿਲਾਉਣਾ ਸਮਝ ਰਹੇ ਹੋ ਅਤੇ ਨਾਲੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਅਤੇ ਉਹਨਾਂ ਨੂੰ ਗਲਤ ਰਸਤੇ ਉੱਪਰ ਚੱਲਣ ਦੀ ਪ੍ਰੇਰਨਾ ਦੇ ਰਹੇ ਹੋ। ਇਹੋ ਜਿਹੇ ਧਰਮੀ ਵੀ ਹਰ ਇੱਕ ਕੰਮ ਪੈਸੇ ਤੋਂ ਬਗੈਰ ਨਹੀਂ ਕਰਦੇ। ਇਹਨਾਂ ਦੀ ਮਾਨਸਿਕਤਾ ਹਰ ਵਕਤ ਮਾਇਆ ਵਿੱਚ ਡੁੱਬੀ ਰਹਿੰਦੀ ਹੈ। ਇਹ ਵੀ ਸਾਰੀਆਂ ਠਾਠ ਬਾਠ ਵਾਲੀਆਂ ਸਹੂਲਤਾਂ ਇਕੱਠੀਆਂ ਕਰਨ ਵਿੱਚ ਮਗਨ ਰਹਿੰਦੇ ਹਨ। ਆਪ ਸਭ ਜਾਣਦੇ ਹੋ ਕਿ ਮਨੁੱਖ ਦੇ ਜੀਵਨ ਵਿੱਚ ਦੁੱਖ ਸੁੱਖ ਤਾਂ ਬਰਾਬਰ ਚੱਲਦੇ ਰਹਿੰਦੇ ਹਨ। ਜੇਕਰ ਇਹਨਾਂ ਲੋਕਾਂ ਨੂੰ ਕੋਈ ਦੁੱਖ ਆ ਜਾਵੇ ਤਾਂ ਡਾਕਟਰੀ ਸਹਾਇਤਾ ਨਾਲ ਦੁੱਖ ਵਿੱਚੋਂ ਬਾਹਰ ਨਿਕਲ ਜਾਣ ਤਾਂ ਇਹ ਧਰਮੀ ਆਪਣੀ ਜ਼ੁਬਾਨ ਤੋਂ ਕਹਿੰਦੇ ਸੁਣੇ ਜਾਂਦੇ ਹਨ ਕਿ ਅਸੀਂ 40, 45 ਜਾਂ 50 ਸਾਲਾਂ ਤੋਂ ਲੋਕਾਂ ਨੂੰ ਬਾਣੀ ਸੁਣਾਉਣ ਦੀ ਸੇਵਾ ਕੀਤੀ ਹੈ। ਗੁਰਬਾਣੀ ਦੀ ਕਥਾ ਜਾਂ ਕੀਰਤਨ ਕਰਨ ਕਰਕੇ ਸਾਨੂੰ ਲੋਕਾਂ ਦਾ ਬਹੁਤ ਪਿਆਰ ਮਿਲਦਾ ਹੈ ਅਤੇ ਨਾਲੇ ਉਹਨਾਂ ਦੀਆਂ ਅਰਦਾਸਾਂ ਕਰਕੇ ਹੀ ਅਸੀਂ ਦੁੱਖ ਤੋਂ ਬਾਹਰ ਨਿਕਲੇ ਹਾਂ। ਇਹਨਾਂ ਧਰਮੀਆਂ ਨੇ ਰੱਬੀ ਗਿਆਨ ਦੀ ਸਿੱਖਿਆ ਗ੍ਰਹਿਣ ਕਰਕੇ ਲੰਮੇ ਸਮੇਂ ਤੋਂ ਕੀਰਤਨ ਕਥਾਵਾਂ ਵੀ ਕੀਤੀਆਂ ਹਨ, ਪਰ ਰੱਬੀ ਬਾਣੀ ਦਾ ਆਪਣੇ ਆਪ ਤੇ ਕੋਈ ਅਸਰ ਨਹੀਂ ਹੋਇਆ, ਕਿਉਂਕਿ ਰੱਬੀ ਬਾਣੀ ਮਨੁੱਖਤਾ ਨੂੰ ਉਪਦੇਸ਼ ਦਿੰਦੀ ਹੈ ਕਿ ਅਰਦਾਸ ਕਰਨ ਦਾ ਸਿਰਫ ਤੇ ਸਿਰਫ ਅਰਦਾਸ ਕਰਨ ਵਾਲੇ ਦੀ ਪਰਮ ਪਿਤਾ ਪਰਮਾਤਮਾ ਦੇ ਘਰ ਵਿੱਚ ਸੁਣੀ ਜਾਂ ਅਣਸੁਣੀ ਹੋ ਸਕਦੀ ਹੈ। ਅਰਦਾਸ ਵਿੱਚ ਕਿਸੇ ਕਿਸਮ ਦੀ ਵਿਚੋਲਗਿਰੀ ਦੀ ਗੁੰਜਾਇਸ਼ ਨਹੀਂ ਹੈ। ਨਾਲੇ ਧਰਮੀਆਂ ਤੇ ਬਾਕੀ ਮਨੁੱਖਤਾ ਨੂੰ ਇਹ ਸਮਝ ਜ਼ਰੂਰ ਹੋਣੀ ਚਾਹੀਦੀ ਹੈ ਕਿ ਅਰਦਾਸ ਮੂੰਹ ਤੋਂ ਬੋਲੇ ਹੋਏ ਬੋਲਾਂ ਨਾਲ ਨਹੀਂ ਕੀਤੀ ਜਾਂਦੀ ਹੈ। ਮਨੁੱਖ ਦੇ ਸਰੀਰ ਦੇ ਬਾਹਰ ਕੋਈ ਐਸੀ ਵਸਤੂ ਜਾਂ ਪਰਮਾਤਮਾ ਨਹੀਂ ਹੈ ਜਿਸ ਦੇ ਸਾਹਮਣੇ ਖਲੋ ਕੇ ਅਰਦਾਸ ਕੀਤੀ ਜਾਵੇ। ਨਾਲੇ ਮਨੁੱਖ ਦੇ ਸਰੀਰ ਤੋਂ ਵੱਡੀ ਤੇ ਉੱਚੀ ਸੁੱਚੀ ਕੋਈ ਵਸਤੂ ਨਹੀਂ ਹੈ ਜੋ ਮਨੁੱਖ ਵੱਲੋਂ ਕੀਤੀ ਅਰਦਾਸ ਸੁਣਦੀ ਹੋਵੇ। ਰੱਬੀ ਗੁਰਬਾਣੀ ਤਾਂ ਮਨੁੱਖਤਾ ਨੂੰ ਬਾਰ-ਬਾਰ ਸਮਝਾਉਂਦੀ ਹੈ ਅਤੇ ਉਪਦੇਸ਼ ਦਿੰਦੀ ਹੈ ਕਿ ਜਿਸ ਦੇ ਅੱਗੇ ਤੁਸੀਂ ਅਰਦਾਸ ਕਰ ਰਹੇ ਹੋ ਉਹ ਤਾਂ ਤੁਹਾਡੇ ਬੋਲ ਮੂੰਹ ਤੋਂ ਬੋਲਣ ਤੋਂ ਪਹਿਲਾਂ ਹੀ ਸਮਝ ਜਾਂ ਸੁਣ ਲੈਂਦਾ ਹੈ ਕਿ ਤੁਸੀਂ ਕਿਸ ਵਾਸਤੇ ਅਰਦਾਸ ਕਰ ਰਹੇ ਹੋ। ਮਨੁੱਖ ਨੂੰ ਰੱਬੀ ਗਿਆਨ ਪ੍ਰਾਪਤ ਕਰਕੇ ਸਮਝ ਲੈਣਾ ਚਾਹੀਦਾ ਹੈ ਕਿ ਜਿਹੜਾ ਅਰਦਾਸ ਕਰ ਰਿਹਾ ਹੈ ਉਹੀ ਉਸ ਨੂੰ ਸੁਣ ਰਿਹਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਅਰਦਾਸ ਕਰਾਉਣ ਵਾਲਾ ਵੀ ਉਹੀ ਹੈ, ਅਰਦਾਸ ਕਰਨ ਵਾਲਾ ਵੀ ਉਹੀ ਹੈ ਅਤੇ ਸੁਣਨ ਵਾਲਾ ਵੀ ਉਹੀ ਹੈ। ਸਿਰਫ ਸਮਝ ਤੇ ਪਿਆਰ ਦੀ ਕਮੀ ਹੈ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਅਨਮੋਲ ਸ਼ਬਦਾਂ ਰਾਹੀਂ ਸਾਰੀ ਮਨੁੱਖਤਾ ਨੂੰ ਦੱਸਿਆ ਹੈ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਸਾਚ ਕਹੋ ਸੁਣ ਲਿਓ ਸਭੇ।
ਗੁਰੂ ਜੀ ਨੇ ਉੱਪਰ ਲਿਖੀਆਂ 2 ਸੁੰਦਰ ਪੰਕਤੀਆਂ ਵਿੱਚ ਪਰੋਏ ਅੱਖਰ ਸਾਨੂੰ ਮਨੁੱਖਤਾ ਨੂੰ ਇਹੀ ਉਪਦੇਸ਼ ਦਿੰਦੇ ਹਨ ਕਿ ਪਰਮ ਪਿਤਾ ਪਰਮਾਤਮਾ ਜੀ ਦੀ ਪ੍ਰਾਪਤੀ ਸਿਰਫ ਪਿਆਰ ਨਾਲ ਮਿਲਣੀ ਹੈ। ਜਿਹੜੇ ਪਿਆਰ ਦੀ ਗੱਲ ਕਰਦੇ ਹਨ, ਮੇਰਾ ਆਪਣਾ ਮੰਨਣਾ ਹੈ ਕਿ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ ਤੇ ਜਿਸ ਪਿਆਰ ਵਿੱਚ ਕਿਸੇ ਕਿਸਮ ਦਾ ਸਵਾਰਥ ਨਾ ਹੋਵੇ ਅਤੇ ਨਾ ਹੀ ਕੋਈ ਪਿਆਰ ਦੀ ਸੀਮਾ ਹੋਵੇ, ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਅਰਦਾਸ ਕਰਨ ਵਾਸਤੇ ਹਰ ਇੱਕ ਧਰਮ ਵਿੱਚ ਆਪਣੀ ਆਪਣੀ ਅਰਦਾਸ ਦਾ ਜ਼ਿਕਰ ਕਰਦੇ ਹਨ, ਜੋ ਕਿ ਕਈ ਸਦੀਆਂ ਤੋਂ ਚੱਲਦੀ ਆ ਰਹੀ ਹੈ। ਇਸੇ ਤਰ੍ਹਾਂ ਹਰੇਕ ਧਰਮ ਵਾਲੇ ਆਪਣੀ ਪੁਰਾਣੀ ਚੱਲੀ ਆ ਰਹੀ ਪਰੰਪਰਾ ਦੁਆਰਾ ਬਣਾਈ ਅਰਦਾਸ ਦੀ ਵਰਤੋਂ ਕਰਕੇ ਅਰਦਾਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਸ ਅਰਦਾਸ ਨੂੰ ਪਹਿਲਾਂ ਪੜ੍ਹਨਾ, ਫਿਰ ਬੋਲਣਾ ਤੇ ਫਿਰ ਸਮਝਣਾ। ਮੇਰਾ ਖਿਆਲ ਹੈ ਕਿ ਇਹ ਸਭ ਕੁਝ ਕਰਨ ਤੋਂ ਪਹਿਲਾਂ ਮਨੁੱਖ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਹੈ ਕਿ ਨਹੀਂ, ਤਾਂ ਇਹ ਸਭ ਮਨੁੱਖ ਵਾਸਤੇ ਕਰਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਵੀ ਹੋ ਜਾਵੇਗਾ। ਜੇਕਰ ਇਹ ਸਭ ਇਸ ਤਰ੍ਹਾਂ ਹੋ ਜਾਵੇਗਾ ਤਾਂ ਫਿਰ ਉਹ ਅਨਪੜ੍ਹ ਮਨੁੱਖ ਕਦੇ ਪਰਮਾਤਮਾ ਅੱਗੇ ਅਰਦਾਸ ਨਹੀਂ ਕਰ ਸਕਦਾ ਅਤੇ ਨਾ ਹੀ ਆਪਣੇ ਦੁੱਖ ਸੁੱਖ ਅਤੇ ਨਾ ਹੀ ਬਾਕੀ ਜੀਵਨ ਦੀਆਂ ਪਰੇਸ਼ਾਨੀਆਂ ਦਾ ਵਰਣਨ ਕਰ ਸਕਦਾ ਹੈ, ਕਿਉਂਕਿ ਅਨਪੜ੍ਹ ਮਨੁੱਖ ਆਪਣੀ ਪੁਰਾਣੀ ਪਰੰਪਰਾ ਦੁਆਰਾ ਲਿਖ ਕੇ ਸੌਂਪੀ ਹੋਈ ਅਰਦਾਸ ਨੂੰ ਪੜ੍ਹ ਨਹੀਂ ਸਕਦਾ। ਪੁਰਾਣੀ ਪਰੰਪਰਾ ਤੋਂ ਇਹ ਸਿੱਧ ਹੁੰਦਾ ਹੈ ਕਿ ਅਰਦਾਸ ਸਿਰਫ ਤੇ ਸਿਰਫ ਪੜ੍ਹਿਆ ਮਨੁੱਖ ਹੀ ਕਰ ਸਕਦਾ ਹੈ ਅਤੇ ਉਸੇ ਨੂੰ ਹੀ ਪਰਮਾਤਮਾ ਅੱਗੇ ਕੀਤੀ ਅਰਦਾਸ ਦਾ ਫਲ ਮਿਲੇਗਾ ਜਾਂ ਪਰਮਾਤਮਾ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਏਗਾ। ਪਰ ਮੇਰਾ ਮੰਨਣਾ ਹੈ ਕਿ ਹਰੇਕ ਧਰਮ ਅਨੁਸਾਰ ਮਨੁੱਖਤਾ ਨੂੰ ਸੌਂਪੀ ਹੋਈ ਅਰਦਾਸ, ਜੋ ਹਰ ਰੋਜ਼ ਅਣਗਿਣਤ ਪੜ੍ਹੇ ਲਿਖੇ ਜਾਂ ਬਹੁਤ ਸਾਰੇ ਧਰਮ ਦੇ ਠੇਕੇਦਾਰ ਜਾਂ ਗੁਣੀ ਗਿਆਨੀ ਜਾਂ ਬੁੱਧੀਮਾਨ ਲੋਕਾਂ ਵੱਲੋਂ ਕੀਤੀ ਜਾਂਦੀ ਹੈ, ਉਹਨਾਂ ਦੀ ਗਿਣਤੀ ਕਰਨੀ ਮੁਸ਼ਕਿਲ ਹੈ। ਪਰ ਇਹਨਾਂ ਵਿੱਚੋਂ ਕਿੰਨੇ ਲੋਕਾਂ ਦੀ ਅਰਦਾਸ ਪਰਮਾਤਮਾ ਵੱਲੋਂ ਸੁਣੀ ਜਾਂਦੀ ਹੈ, ਹੋ ਸਕਦਾ ਹੈ ਗਿਣਤੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਖਤਮ ਹੋ ਜਾਵੇ। ਮੈਂ ਹੁਣ ਮਨੁੱਖ ਦੁਆਰਾ ਕੀਤੀ ਹੋਈ ਅਰਦਾਸ ਪਰਮਾਤਮਾ ਦੇ ਘਰ ਵਿੱਚ ਕਿਸ ਦੀ ਸੁਣੀ ਜਾਂ ਅਣਸੁਣੀ ਹੋ ਸਕਦੀ ਹੈ ਤੇ ਨਾਲੇ ਪਰਮਾਤਮਾ ਨੂੰ ਕਿਹੋ ਜਿਹੀ ਅਰਦਾਸ ਮਨਜ਼ੂਰ ਹੈ, ਇਸ ਦਾ ਵੀ ਖੁਲਾਸਾ ਹੋ ਜਾਵੇਗਾ। ਮੈਂ ਇੱਕ ਛੋਟੀ ਜਿਹੀ ਕਹਾਣੀ ਲਿਖ ਰਿਹਾ ਹਾਂ ਜਿਸ ਦਾ ਵਰਣਨ ਕੁਝ ਇਸ ਤਰ੍ਹਾਂ ਹੈ। ਇਹ ਕਹਾਣੀ ਰੂਸ ਦੇਸ਼ ਦੇ ਪ੍ਰਸਿੱਧ ਲੇਖਕ ਲਿਓ ਟਾਲਸਟਾਏ ਦੀ ਸੱਚੀ ਅਤੇ ਬਹੁਤ ਹੀ ਪ੍ਰਸਿੱਧ ਕਹਾਣੀਆਂ ਵਿੱਚੋਂ ਇੱਕ ਕਹਾਣੀ ਹੈ ਅਤੇ ਇਹ 3 ਫਕੀਰਾਂ ਉੱਤੇ ਆਧਾਰਿਤ ਹੈ। ਰੂਸ ਦੇਸ਼ ਦੇ ਕਿਸੇ ਪਿੰਡ ਵਿੱਚ 3 ਫਕੀਰ ਜੋ ਬਹੁਤ ਗਰੀਬ ਸਨ ਅਤੇ ਕਿਸੇ ਝਾੜੀ ਦੇ ਥੱਲੇ ਆਪਣਾ ਰਹਿਣ ਸਹਿਣ ਕਰਦੇ ਸਨ, ਉਹਨਾਂ ਦੀ ਆਸ-ਪਾਸ ਦੇ ਇਲਾਕੇ ਵਿੱਚ ਬਹੁਤ ਪ੍ਰਸਿੱਧੀ ਹੋ ਗਈ ਅਤੇ 4 ਚੁਫੇਰੇ ਤੋਂ ਹਜ਼ਾਰਾਂ ਲੋਕ ਉਹਨਾਂ ਨੂੰ ਮਿਲਣ ਵਾਸਤੇ ਆਉਣ ਲੱਗ ਪਏ ਤੇ ਉਹਨਾਂ ਲੋਕਾਂ ਨੇ ਚਰਚ ਜਾਂ ਗਿਰਜਾ ਘਰ ਜਾਣਾ ਬੰਦ ਕਰ ਦਿੱਤਾ ਤੇ ਹਰ ਰੋਜ਼ ਫਕੀਰਾਂ ਕੋਲ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਉਸ ਇਲਾਕੇ ਦੇ ਵੱਡੇ ਸ਼ਹਿਰ ਦੇ ਗਿਰਜਾ ਘਰ ਦਾ ਪਾਦਰੀ ਜਾਂ ਕਹਿ ਲਵੋ ਸੇਂਟ ਨੂੰ ਇਹਨਾਂ ਫਕੀਰਾਂ ਬਾਰੇ ਪਤਾ ਚੱਲ ਗਿਆ। ਉਸ ਪਾਦਰੀ ਨੂੰ ਫਕੀਰਾਂ ਉੱਪਰ ਬਹੁਤ ਗੁੱਸਾ ਅਤੇ ਕ੍ਰੋਧ ਆਇਆ ਕਿ ਉਹ ਕੌਣ ਫਕੀਰ ਹਨ ਜਿਨ੍ਹਾਂ ਕੋਲ ਹਜ਼ਾਰਾਂ ਲੋਕ ਜਾ ਰਹੇ ਹਨ। ਪਾਦਰੀ ਬੋਲਿਆ ਕਿ ਮੈਂ ਇਸ ਇਲਾਕੇ ਦਾ ਪ੍ਰਧਾਨ ਹਾਂ ਤੇ ਗਿਰਜਾ ਘਰ ਦਾ ਵੱਡਾ ਪਾਦਰੀ ਹਾਂ। ਮੇਰੇ ਹੁੰਦੇ ਹੋਏ ਇਹ ਕੌਣ 3 ਸੇਂਟ ਹੋ ਗਏ, ਮੈਂ ਜਾ ਕਰ ਦੇਖਦਾ ਹਾਂ। ਅੰਗਰੇਜ਼ੀ ਵਿੱਚ ਸੇਂਟ ਅਤੇ ਪੰਜਾਬੀ ਵਿੱਚ ਸੰਤ ਦੋਨੋਂ ਇੱਕੋ ਜਿਹੇ ਸ਼ਬਦ ਲੱਗਦੇ ਹਨ, ਪਰ ਇਹਨਾਂ ਵਿੱਚ ਬਹੁਤ ਫਰਕ ਹੈ। ਸੇਂਟ ਸ਼ਬਦ ਦਾ ਮਤਲਬ ਹੈ ਚੁਣਨਾ ਜਾਂ ਸਿਲੈਕਸ਼ਨ ਕਰਨੀ, ਜਿਹੜਾ ਗਵਰਨਮੈਂਟ ਜਾਂ ਅਮੀਰ ਲੋਕਾਂ ਜਾਂ ਧਰਮ ਦੇ ਠੇਕੇਦਾਰਾਂ ਵੱਲੋਂ ਚੁਣਿਆ ਹੋਇਆ ਪ੍ਰਧਾਨ, ਜਿਸ ਦੀ ਨਿਯੁਕਤੀ ਵੱਡੀਆਂ ਵੱਡੀਆਂ ਜਾਂ ਆਮ ਚਰਚਾਂ ਜਾਂ ਪੂਰੀ ਈਸਾਈਅਤ ਦੇ ਪੋਪ ਦੀ ਚੋਣ ਕੀਤੀ ਜਾਂਦੀ ਹੈ। ਉਸ ਮਨੁੱਖ ਨੂੰ ਪਾਦਰੀ ਜਾਂ ਸੇਂਟ ਦਾ ਨਾਮ ਦਿੱਤਾ ਜਾਂਦਾ ਹੈ। ਉਸ ਪਾਦਰੀ ਦਾ ਸੰਤਗਿਰੀ ਨਾਲ ਦੂਰ ਦੂਰ ਤੱਕ ਦਾ ਵੀ ਵਾਸਤਾ ਨਹੀਂ ਹੁੰਦਾ, ਜਿਸ ਦੀ ਮਿਸਾਲ ਸਾਡੇ ਸਿੱਖ ਧਰਮ ਵਿੱਚ ਵੀ ਮਿਲਦੀ ਹੈ। ਜਿਵੇਂ ਕਿ ਬਹੁਤ ਹੀ ਪਵਿੱਤਰ ਤੇ ਸ਼ੋਭਨੀਕ ਅਸਥਾਨ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਪਰ ਦੂਜੇ ਪਾਸੇ ਸੰਤ ਸ਼ਬਦ ਦਾ ਮਤਲਬ ਇਹ ਹੁੰਦਾ ਹੈ ਕਿ ਸਿਰਫ ਤੇ ਸਿਰਫ ਨਿਰੋਲ ਸੱਚ, ਜਿਸ ਇਨਸਾਨ ਵਿੱਚ ਸੱਚ ਤੋਂ ਬਗੈਰ ਹੋਰ ਕੁਝ ਦਿਖਾਈ ਨਹੀਂ ਦਿੰਦਾ, ਅਤੇ ਨਾ ਹੀ ਉਸ ਦੀ ਕੋਈ ਇੱਛਾ ਹੁੰਦੀ ਹੈ ਕਿ ਮੈਂ ਕਿਸੇ ਧਰਮ ਸਥਾਨ ਦਾ ਜਥੇਦਾਰ, ਪਾਦਰੀ ਜਾਂ ਪੋਪ ਬਣਾ, ਅਤੇ ਨਾ ਹੀ ਉਸ ਨੂੰ ਕਿਸੇ ਉੱਪਰ ਗੁੱਸਾ, ਕ੍ਰੋਧ ਜਾਂ ਘਿਰਣਾ ਆਉਂਦੀ ਹੈ। ਫਿਰ ਉਸ ਪਾਦਰੀ ਨੇ 3 ਫਕੀਰਾਂ ਨੂੰ ਜਾ ਕਰ ਮਿਲਣ ਦੀ ਤਿਆਰੀ ਸ਼ੁਰੂ ਕੀਤੀ। ਉਸ ਨੇ ਆਪਣੀ ਪੂਰੀ ਸ਼ਾਨ ਸ਼ੌਕਤ ਨਾਲ ਆਪਣੇ ਆਪ ਨੂੰ ਤਿਆਰ ਕੀਤਾ, ਜਿਵੇਂ ਸਿਰ ਉੱਪਰ ਪ੍ਰਧਾਨਾਂ ਵਾਲਾ ਸੋਨੇ ਦਾ ਬਣਿਆ ਹੋਇਆ ਮੁਕਟ ਤੇ ਹੱਥ ਵਿੱਚ ਛਾਪਾਂ ਛੱਲੇ ਤੇ ਗਲ ਵਿੱਚ ਲੰਬਾ ਸੋਨੇ ਦਾ ਹਾਰ ਤੇ ਹੱਥ ਵਿੱਚ ਇੱਕ ਲੰਬੀ ਹੀਰਿਆਂ ਜੜੀ ਹੋਈ ਸੋਟੀ ਫੜੀ ਤੇ ਇੱਕ ਮਲਾਹ ਨੂੰ ਤਿਆਰ ਕੀਤਾ, ਕਿਉਂਕਿ ਫਕੀਰਾਂ ਨੂੰ ਮਿਲਣ ਜਾਣ ਵਾਸਤੇ ਰਸਤੇ ਵਿੱਚ ਇੱਕ ਕਾਫੀ ਲੰਬੀ ਚੌੜੀ ਨਦੀ ਪਾਰ ਕਰਨੀ ਸੀ।
ਨਦੀ ਨੂੰ ਪਾਰ ਕਰਨ ਵਾਸਤੇ ਮਲਾਹ ਤੇ ਕਿਸ਼ਤੀ ਦੀ ਜ਼ਰੂਰਤ ਪੈਣੀ ਸੀ। ਸਾਰਾ ਰਸਤਾ ਤੈਅ ਕਰਕੇ ਜਦੋਂ ਪਾਦਰੀ ਨੇ ਉਹਨਾਂ 3 ਫਕੀਰਾਂ ਨੂੰ ਦੇਖਿਆ, ਜਿਹੜੇ ਇੱਕ ਝਾੜੀ ਦੇ ਥੱਲੇ ਬਹੁਤ ਹੀ ਗਰੀਬੀ ਦੀ ਹਾਲਤ ਵਿੱਚ ਬੈਠੇ ਸਨ, ਜਿਨ੍ਹਾਂ ਦੇ ਸਰੀਰ ਤੇ ਫਟੇ ਪੁਰਾਣੇ ਕੱਪੜੇ ਪਹਿਨੇ ਹੋਏ ਸਨ, ਪਾਦਰੀ ਬੜੇ ਹੰਕਾਰ ਨਾਲ ਫਕੀਰਾਂ ਨੂੰ ਜਾकर ਪੁੱਛਦਾ ਹੈ ਕਿ ਆਪ ਹੀ 3 ਸੰਤ ਹੋ? ਤਾਂ ਅੱਗੋਂ ਫਕੀਰ ਕਹਿੰਦੇ ਹਨ ਕਿ ਨਹੀਂ ਨਹੀਂ, ਅਸੀਂ ਸੰਤ ਨਾ ਜੀ, ਅਸੀਂ ਠਹਿਰੇ ਦਿਹਾਤੀ ਗਵਾਰ। ਪਰ ਲੋਕ ਮੰਨਦੇ ਹੀ ਨਹੀਂ, ਆਏ ਚਲੇ ਜਾਂਦੇ ਹਨ। ਅਸੀਂ ਲੋਕਾਂ ਨੂੰ ਮਨਾ ਕਰਦੇ ਹਾਂ, ਪਰ ਸਾਡਾ ਤਾਂ ਲੋਕਾਂ ਨੇ ਜੀਣਾ ਹਰਾਮ ਕਰ ਦਿੱਤਾ ਹੈ। ਚੰਗਾ ਹੋਇਆ ਆਪ ਆ ਗਏ, ਸਾਨੂੰ ਇਹਨਾਂ ਕੋਲੋਂ ਬਚਾਓ। ਇਹ ਭੀੜ ਭੜੱਕਾ ਸਾਨੂੰ ਚੰਗਾ ਨਹੀਂ ਲੱਗਦਾ। ਅਸੀਂ ਬਹੁਤ ਮਜ਼ੇ ਵਿੱਚ ਰਹਿ ਰਹੇ ਸੀ, ਪਤਾ ਨਹੀਂ ਕਿਸ ਨੇ ਇਲਾਕੇ ਵਿੱਚ ਖਬਰ ਫੈਲਾ ਦਿੱਤੀ ਹੈ। ਪਾਦਰੀ ਬਹੁਤ ਖੁਸ਼ ਹੋਇਆ, ਕਹਿਣ ਲੱਗਾ ਘਬਰਾਓ ਮਤ, ਤੁਸੀਂ ਦੱਸੋ ਕਿ ਇੱਥੇ ਝਾੜੀ ਥੱਲੇ ਤੁਸੀਂ ਕਰਦੇ ਕੀ ਹੋ? ਅੱਗੋਂ 3 ਫਕੀਰ ਕਹਿੰਦੇ ਕਰਨਾ ਕੀ ਹੈ, ਅਸੀਂ ਤਾਂ ਬਸ ਅਰਦਾਸ ਭਾਵ ਪ੍ਰੇਅਰ ਕਰਦੇ ਹਾਂ। ਤਾਂ ਪਾਦਰੀ ਕਹਿਣ ਲੱਗਾ ਕਿ ਬਾਈਬਲ ਕਿੱਥੇ ਹੈ? ਅੱਗੋਂ ਫਕੀਰ ਕਹਿੰਦੇ ਕਿ ਸਾਨੂੰ ਮਾਫ ਕਰੋ ਜੀ, ਸਾਨੂੰ ਪੜ੍ਹਨਾ ਨਹੀਂ ਆਉਂਦਾ, ਅਸੀਂ ਬਾਈਬਲ ਰੱਖ ਕੇ ਕੀ ਕਰਾਂਗੇ? ਤਾਂ ਪਾਦਰੀ ਬਹੁਤ ਖੁਸ਼ ਹੋਇਆ, ਕਿਉਂਕਿ ਜਿਨ੍ਹਾਂ ਫਕੀਰਾਂ ਨੂੰ ਸੇਂਟ ਜਾਂ ਸੰਤ ਸਮਝ ਰਿਹਾ ਸੀ, ਉਹ ਤਾਂ ਕੁਝ ਵੀ ਨਹੀਂ ਸਨ ਜਾਣਦੇ ਅਤੇ ਨਾ ਹੀ ਉਹਨਾਂ ਨੂੰ ਪੜ੍ਹਨਾ ਲਿਖਣਾ ਆਉਂਦਾ ਸੀ। ਫਿਰ ਪਾਦਰੀ ਮਨ ਵਿੱਚ ਸੋਚਣ ਲੱਗ ਪਿਆ ਕਿ ਮੈਂ ਇਹਨਾਂ ਦਾ ਮਲੀਆ ਮੇਟ ਕਰ ਦਿਆਂਗਾ ਅਤੇ ਫਿਰ ਸਾਰੇ ਲੋਕਾਂ ਨੂੰ ਚਰਚ ਜਾਂ ਗਿਰਜਾ ਘਰ ਨੂੰ ਆਉਣਾ ਪਵੇਗਾ। ਫਿਰ ਪ੍ਰਧਾਨ ਪਾਦਰੀ ਫਕੀਰਾਂ ਨੂੰ ਪੁੱਛਦਾ ਹੈ ਕਿ ਤੁਹਾਡੀ ਅਰਦਾਸ ਕੀ ਹੈ? ਤੁਸੀਂ ਕਹਿ ਕੀ ਰਹੇ ਹੋ ਕਿ ਅਸੀਂ ਅਰਦਾਸ ਹਰ ਵਕਤ ਕਰਦੇ ਹਾਂ? ਤਾਂ ਅੱਗੋਂ 3 ਫਕੀਰ ਨੀਚੇ ਜ਼ਮੀਨ ਵੱਲ ਵੇਖਣ ਲੱਗ ਪਏ। ਤਾਂ ਪਾਦਰੀ ਕਹਿਣ ਲੱਗਾ ਕਿ ਸ਼ਰਮਾਓ ਨਹੀਂ ਅਤੇ ਬੋਲ ਕੇ ਦੱਸੋ ਕਿ ਕਿਹੜੀ ਅਰਦਾਸ ਬੇਨਤੀ ਤੁਸੀਂ ਕਰਦੇ ਹੋ। ਫਿਰ ਫਕੀਰ ਕਹਿੰਦੇ ਕਿ ਸਾਨੂੰ ਤਾਂ ਸ਼ਰਮ ਆ ਰਹੀ ਹੈ ਕਿ ਅਸੀਂ ਅਨਪੜ੍ਹ ਬੰਦੇ ਹਾਂ ਤੇ ਸਾਨੂੰ ਅਰਦਾਸ ਵੀ ਕਰਨੀ ਨਹੀਂ ਆਉਂਦੀ, ਕਿਉਂਕਿ ਬਾਈਬਲ ਵਿੱਚ ਅਰਦਾਸ ਬਹੁਤ ਮੁਸ਼ਕਿਲ ਅਤੇ ਲੰਬੀ ਹੈ। ਪਾਦਰੀ ਨੇ ਕਿਹਾ ਕਿ ਤੁਸੀਂ ਸ਼ਰਮਾਓ ਨਹੀਂ, ਸਗੋਂ ਜਿਹੜੀ ਅਰਦਾਸ ਬੇਨਤੀ ਤੁਸੀਂ ਕਰਦੇ ਹੋ ਉਹ ਸਾਨੂੰ ਦੱਸੋ, ਮੈਂ ਤੁਹਾਨੂੰ ਮਾਫ ਕਰ ਦੇਵਾਂਗਾ। ਅੱਗੋਂ ਫਿਰ ਫਕੀਰ ਕਹਿੰਦੇ ਕਿ ਤੁਸੀਂ ਜਿੱਦ ਕਰ ਰਹੇ ਹੋ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਸੀਂ ਆਪਣੀ ਅਰਦਾਸ ਖੁਦ ਹੀ ਬਣਾ ਲਈ ਹੈ, ਪੜ੍ਹੇ ਲਿਖੇ ਤਾਂ ਅਸੀਂ ਨਹੀਂ ਹਾਂ। ਫਿਰ ਪਾਦਰੀ ਦੀ ਖੁਸ਼ੀ ਵਿੱਚ ਹੋਰ ਵੀ ਵਾਧਾ ਹੋ ਗਿਆ, ਕਿਉਂਕਿ ਇਹ ਫਕੀਰ ਤਾਂ ਬਿਲਕੁਲ ਅਨਾੜੀ ਹਨ ਅਤੇ ਕੁਝ ਵੀ ਨਹੀਂ ਜਾਣਦੇ ਅਤੇ ਆਪਣੇ ਆਪ ਬਣਾਈ ਅਰਦਾਸ ਕਿਸੇ ਕੰਮ ਨਹੀਂ ਆ ਸਕਦੀ। ਅਰਦਾਸ ਤਾਂ ਸੰਤਾਂ ਜਾਂ ਪਰੰਪਰਾ ਜਾਂ ਸ਼ਾਸਤਰਾਂ ਦੁਆਰਾ ਬਣਾਈ ਹੋਵੇ ਤਾਂ ਜਿਸ ਨੂੰ ਸਾਰੇ ਅਤੀਤ ਦੇ ਲੋਕਾਂ ਦੀ ਸਹਿਮਤੀ ਹੋਵੇ ਜਾਂ ਸਵੀਕਾਰ ਕੀਤੀ ਹੋਵੇ, ਉਸ ਨੂੰ ਪੜ੍ਹਨ ਨਾਲ ਹੀ ਪਰਮਾਤਮਾ ਦੇ ਘਰ ਵਿੱਚ ਸੁਣਵਾਈ ਹੁੰਦੀ ਹੈ। ਜਿਸ ਤਰ੍ਹਾਂ ਹਿੰਦੂ ਧਰਮ ਵਿੱਚ ਅਰਦਾਸ 10,000 ਸਾਲਾਂ ਤੋਂ ਪੁਰਾਣੀ ਹੈ, ਗਾਇਤਰੀ ਮੰਤਰ ਦੇ ਨਾਮ ਨਾਲ ਪੁਕਾਰੀ ਜਾਂਦੀ ਹੈ ਅਤੇ ਉਸ ਨੂੰ ਰਿਸ਼ੀਆਂ ਮੁਨੀਆਂ ਸਾਰਿਆਂ ਦਾ ਸਮਰਥਨ ਪ੍ਰਾਪਤ ਹੈ। ਇਸ ਕਰਕੇ ਹਿੰਦੂਆਂ ਨੂੰ ਆਪਣੀ ਅਰਦਾਸ ਪੁਰਾਣੀ ਹੋਣ ਤੇ ਬੜਾ ਮਾਣ ਹੈ। ਕਈਆਂ ਰਿਸ਼ੀਆਂ ਮੁਨੀਆਂ ਨੇ ਤਾਂ ਇਸ ਅਰਦਾਸ ਨੂੰ 10,000 ਸਾਲ ਤੋਂ ਵੀ ਪੁਰਾਣੀ ਹੋਣ ਦਾ ਪ੍ਰਮਾਣ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਅਰਦਾਸ 90,000 ਸਾਲ ਪੁਰਾਣੀ ਹੈ ਅਤੇ ਉਹਨਾਂ ਦਾ ਮੰਨਣਾ ਹੈ ਕਿ ਅਰਦਾਸ ਜਿੰਨੀ ਪੁਰਾਣੀ ਹੋਵੇਗੀ, ਕਿਸੇ ਧਰਮ ਦੀ ਉਸ ਦੀ ਮਾਨਤਾ ਵੀ ਉਤਨੀ ਜ਼ਿਆਦਾ ਹੋਵੇਗੀ, ਭਾਵ ਕਿ ਜਲਦੀ ਸੁਣੀ ਜਾ ਸਕਦੀ ਹੈ। ਇਸ ਤਰ੍ਹਾਂ ਈਸਾਈਆਂ ਦੀ ਅਰਦਾਸ ਇਤਨੀ ਪੁਰਾਣੀ ਨਹੀਂ ਹੈ, ਸਿਰਫ ਅਜੇ 1930 ਸਾਲਾਂ ਦੇ ਉੱਪਰ ਨੀਚੇ ਪੁਰਾਣੀ ਹੈ ਅਤੇ ਮੁਸਲਿਮ ਧਰਮਚਾਰੇ ਦੀ ਅਰਦਾਸ ਵੀ 1425 ਸਾਲਾਂ ਦੇ ਉੱਪਰ ਨੀਚੇ ਹੈ ਅਤੇ ਸਿੱਖਾਂ ਦੀ ਅਰਦਾਸ ਕੇਵਲ 550 ਸਾਲਾਂ ਦੇ ਆਸ-ਪਾਸ ਪੁਰਾਣੀ ਹੈ। ਤੇ ਜੈਨੀਆਂ ਦਾ ਮੰਨਣਾ ਹੈ ਕਿ ਉਹਨਾਂ ਦੀ ਅਰਦਾਸ ਬਹੁਤ ਪੁਰਾਣੀ ਹੈ, ਕਿਉਂਕਿ ਰਿਗਵੇਦ ਗ੍ਰੰਥ ਵਿੱਚ ਪ੍ਰਮਾਣ ਮਿਲਦੇ ਹਨ ਕਿ ਉਹਨਾਂ ਦੀਆਂ ਅਰਦਾਸਾਂ ਸਦੀਆਂ ਪੁਰਾਣੀਆਂ ਹਨ। ਜਿਸ ਧਰਮ ਦੇ ਜਿੰਨੇ ਪੁਰਾਣੇ ਸ਼ਾਸਤਰ ਹੋਣਗੇ, ਓਨਾ ਹੀ ਧਰਮ ਜ਼ਿਆਦਾ ਸ੍ਰੇਸ਼ਟ ਹੋਵੇਗਾ ਤੇ ਅਰਦਾਸ ਦੀ ਸੁਣਵਾਈ ਵੀ ਕੀਮਤੀ ਤੇ ਅਵੱਲ ਹੋਵੇਗੀ। ਹਰ ਧਰਮ ਦੇ ਠੇਕੇਦਾਰਾਂ ਦਾ ਇਹੀ ਮੰਨਣਾ ਹੈ। ਅਗਲੀ ਕਿਸ਼ਤ ਦਾ ਇੰਤਜ਼ਾਰ ਕਰਨਾ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।